ਮੈਨੂੰ ਲੱਗਦਾ ਕਿ ਮੇਰਾ ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ 61 ਪਿੰਡ ਹੈ ਜਿਹਦੇ ਵਿੱਚ ਕੋਈ ਬਹੁਤੀ ਮੇਜਰ ਸਮੱਸਿਆ ਹੋਵੇ ਔਰ ਕਿਸੇ ਨੂੰ ਫਾਈਨੈਂਸਿਸ ਤੋਂ ਜਿਹੜੀ ਉਹ ਕਮੀ ਹੋਵੇ। ਜਿਹੜੇ ਚੰਗੇ ਲੋਕ ਹੈ ਉਹ ਰਾਜਨੀਤੀ ਦੇ ਵਿੱਚ ਆਉਣੇ ਚਾਹੀਦੇ ਆ ਔਰ ਮੈਂ ਇਹਨਾਂ ਗੱਲਾਂ ਤੋਂ ਕਦੀ ਝਿਜਕਿਆ ਨਹੀਂ ਹੈ ਕਿ ਮਾੜੇ ਲੋਕਾਂ ਨੂੰ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਕਦੀ ਵੀ ਜਿਹੜਾ ਕੋਈ ਮੋਢਾ ਨਾ ਦਿੱਤਾ ਜਾਵੇ ਤਾਂ ਕਿ ਸਾਡੇ ਸਮਾਜ ਦੇ ਵਿੱਚ ਕੋਈ ਇਹੋ ਜਿਹੀ ਜਿਹੜੀਆਂ ਮਾੜੀਆਂ ਚੀਜ਼ਾਂ ਉੱਭਰ ਸਕਣ। ਨਾਰਮਲੀ ਕੀ ਹੁੰਦਾ ਕਿ ਜਿਹੜਾ ਮੈਨੀਫੈਸਟੋ ਆ ਇਹਦੇ ਵਿੱਚ ਬਹੁਤ ਵੱਡੇ ਵੱਡੇ ਜਿਹੜੇ ਵਾਅਦੇ ਕਰ ਦਿੱਤੇ ਜਾਂਦੇ ਆ ਜਿਨ੍ਹਾਂ ਨੂੰ ਕਿ ਕੰਪਲੀਟ ਕਰਨਾ ਮੁਸ਼ਕਲ ਹੁੰਦਾ। ਜਿੱਦਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀ ਹੈ, ਕੇਜਰੀਵਾਲ ਬੇਸਿਕਲੀ ਕਦੀ ਕਿਸੇ ਨੂੰ ਅਲਾਓ ਨਹੀਂ ਕਰਦਾ ਕਿ ਕੋਈ ਬੰਦਾ ਬੋਲੇ। ਅਮਿਤ ਸ਼ਾਹ ਔਰ ਮੋਦੀ ਜੀ ਇਹ ਕਦੀ ਕਿਸੇ ਨੂੰ ਮਤਲਬ ਹੈ ਹੀ ਨਹੀਂ, ਕਿਸੇ ਦੀ ਜ਼ਰੂਰਤ ਹੀ ਹੈ ਨਹੀਂ ਗੀ। ਸਿਮਿਲਰਲੀ ਸੁਖਬੀਰ ਬਾਦਲ ਹੈ। ਸੋ ਸਾਡੀ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੈਗੀ ਆ ਔਰ ਇਹ ਮੈਨੂੰ ਲੱਗਦਾ ਡੈਮੋਕ੍ਰੇਸੀ ਲਈ ਬਹੁਤ ਚੰਗੀ ਚੀਜ਼ ਹੈ। 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀਆਂ ਵੋਟਾਂ ਪਈਆਂ ਸੀਗੀਆਂ ਲੇਕਿਨ ਉਹਨਾਂ ਨੇ ਪਰਫਾਰਮ ਨਹੀਂ ਕੀਤਾ। ਕੈਪਟਨ ਜਿਹੜਾ ਹਮੇਸ਼ਾ ਉਹ ਟੀਮ ਦੇ ਨਾਲ ਹੁੰਦਾ, ਕਿਉਂਕਿ ਜੇ ਟੀਮ ਚੰਗੀ ਹੋਊਗੀ ਤਾਂ ਹੀ ਕੈਪਟਨ ਹੋਊਗਾ। ਅਦਰਵਾਈਜ਼ ਜੇ ਟੀਮ ਚੰਗੀ ਨਹੀਂ ਹੋਊਗੀ ਤਾਂ ਕੈਪਟਨ ਇਕੱਲਾ ਵੀ ਕੀ ਕਰ ਲਊ। ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਠੀਕ ਆ ਪਿਛਲੇ ਸਮੇਂ 'ਚ ਨਹੀਂ ਹੋਈ, ਪਰ ਮੈਂ ਇਹਨਾਂ 3 ਮਹੀਨਿਆਂ ਦੇ ਵਿੱਚ ਲਗਭਗ 2 ਸਾਲਾਂ ਦੇ ਸਾਡੇ ਪੈਂਡਿੰਗ ਪਏ ਸੀਗੇ ਜਿਹੜੇ ਖੇਡ ਅਵਾਰਡ ਉਹ ਦਿੱਤੇ ਹੈਗੇ ਆ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ 2022 ਦੀਆਂ ਚੋਣਾਂ ਦਾ ਪੇੜ ਵੱਧ ਚੁੱਕਾ ਹੈ। ਇਸ ਵੇਲੇ ਬੇਸ਼ੱਕ ਪੰਜਾਬ ਦੇ ਵਿੱਚ ਠੰਡ ਬਹੁਤ ਜ਼ਿਆਦਾ ਹੈ, ਲੇਕਿਨ ਸਿਆਸਤ ਦੇ ਵਿੱਚ ਗਰਮੀ ਆਈ ਹੋਈ ਹੈ ਔਰ ਹਰੇਕ ਹਲਕੇ ਦੇ ਵਿੱਚ ਮੌਜੂਦਾ ਵਿਧਾਇਕ ਤੇ ਆਉਣ ਵਾਲੀ ਆਪਣੀ ਕਿਸਮਤ ਅਜ਼ਮਾਉਣ ਵਾਲੇ ਵਿਧਾਇਕ ਜਿਹੜੇ ਨੇ ਉਹ ਵਿਚਰ ਰਹੇ ਨੇ। ਸਾਡੇ ਨਾਲ ਨੇ ਮੌਜੂਦਾ ਖੇਡ ਤੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਜੀ। ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ। ਥੈਂਕ ਯੂ ਜੀ। ਪ੍ਰਗਟ ਸਿੰਘ ਜੀ, 10 ਸਾਲ ਇਸ ਹਲਕੇ ਨੇ ਤੁਹਾਨੂੰ ਆਪਣਾ ਮਾਣ ਬਣਾ ਕੇ ਰੱਖਿਆ ਹੈ। ਕਿਹੋ ਜਿਹੇ ਕੰਮ ਤੁਸੀਂ ਹਲਕੇ ਦੇ ਲਈ ਕੀਤੇ ਜਿਹਦੇ ਨਾਂ ਤੇ ਤੁਸੀਂ ਇਸ ਵੇਲੇ ਵੋਟਾਂ ਮੰਗ ਰਹੇ ਹੋ? ਦੇਖੋ, ਮੈਂ ਤਾਂ ਓਵਰਆਲ ਡਿਵੈਲਪਮੈਂਟ, ਖਾਸ ਕਰਕੇ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ, ਰੋਡਸ ਨੂੰ ਖੁੱਲ੍ਹਾ ਕਰਾਉਣਾ ਔਰ ਕੋਈ ਨਾ ਕੋਈ ਇਹੋ ਜਿਹੀ ਰੋਡ ਜਾਂ ਕੋਈ ਨਾ ਕੋਈ ਇਹੋ ਜਿਹੀ ਡਿਵੈਲਪਮੈਂਟ ਲੈ ਕੇ ਆਉਣੀ ਜਿਹਦੇ ਨਾਲ ਜਿਹੜੀ ਆਮ ਲੋਕਾਂ ਦੀ ਜ਼ਿੰਦਗੀ ਆ ਉਹ ਸੁਖਾਵੀਂ ਹੋ ਸਕੇ ਜੀ। ਔਰ ਉਹਦੇ ਵਿੱਚ ਕਿਉਂਕਿ ਪਿਛਲੇ ਮੇਜਰ ਇਸ਼ੂ ਜਿਹੜੇ ਸੀ ਉਹ ਸਾਡੇ ਹਲਕੇ ਦੇ ਵਿੱਚ ਇੱਕ ਵੇਸਟ ਮੈਨੇਜਮੈਂਟ ਦਾ ਪਲਾਂਟ ਲੱਗਣ ਜਾ ਰਿਹਾ ਸੀ ਜਿਹੜਾ ਕਿ ਮੈਂ ਨਹੀਂ ਅਲਾਓ ਕੀਤਾ, ਕਿਉਂਕਿ ਉਹ ਲੌਜੀਕਲੀ ਔਰ ਅਦਰਵਾਈਜ਼ ਉਹ ਲੋਕਾਂ ਦੀ ਸਿਹਤ ਪੱਖੋਂ ਉਹ ਬਿਹਤਰ ਨਹੀਂ ਸੀ। ਉਹ ਰਾਦਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਸੀ ਜੀ। ਔਰ ਇੱਕ ਮੈਕਡੋਨਲਡ ਰੋਡ, ਉਸ ਟਾਈਮ ਮੈਕਡੋਨਲਡ ਰੋਡ ਇੱਕ ਇਹੋ ਜਿਹੀ ਰੋਡ ਹੈ ਜਿਹਨੇ ਸਾਰੀ ਜਿਹੜੀ ਸਾਡੇ ਹਲਕੇ ਦੀ ਕਨੈਕਟੀਵਿਟੀ ਨੂੰ ਬਿਹਤਰ ਕੀਤਾ ਔਰ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਜਿਹੜਾ ਮੈਕਸੀਮਮ ਫਾਈਨੈਂਸਿਸ ਲੈ ਕੇ ਆਉਣੇ ਤਾਂ ਕਿ ਜਿਹੜੀ ਇਹਦੀ ਪ੍ਰੋਪਰ ਡਿਵੈਲਪਮੈਂਟ ਹੋ ਸਕੇ ਜੀ। ਲੇਕਿਨ ਇਸ ਵਾਰੀ ਲਗਭਗ ਅਸੀਂ 11 ਜਿਹੜੇ ਪਿੰਡ ਆ ਉਹ ਸ਼ਹਿਰ ਦੇ ਵਿੱਚ ਲੈ ਕੇ ਆਏ ਆ ਤਾਂ ਕਿ ਉੱਥੇ ਦੀ ਪ੍ਰੋਪਰ ਜਿਹੜੀ ਉਹ ਡਿਵੈਲਪਮੈਂਟ ਹੋ ਸਕੇ, ਉਹਨਾਂ ਨੂੰ ਵੀ ਸ਼ਹਿਰਾਂ ਵਰਗੀਆਂ ਜਿਹੜੀਆਂ ਸੁਵਿਧਾ ਮਿਲ ਸਕਣ। ਔਰ ਇੱਕ ਸਾਡੇ ਬੇਸਿਕਲੀ ਹਲਕੇ ਦੇ ਵਿੱਚ ਇੱਕ ਗੰਦਾ ਨਾਲਾ ਜਿਹਨੂੰ ਕਿ 7.5 ਕਿਲੋਮੀਟਰ ਅਸੀਂ ਦਬਾ ਕੇ ਸ਼ਹਿਰ ਤੋਂ ਬਾਹਰ ਲੈ ਕੇ ਜਾ ਰਹੇ ਹਾਂ ਔਰ ਉਹਦੇ ਉੱਤੇ ਇੱਕ ਮੇਨ ਰੋਡ ਔਰ ਉਹਦੇ ਉੱਤੇ ਸਾਈਕਲਿੰਗ ਟਰੈਕ ਔਰ ਜਿਹੜਾ ਸੈਰ ਕਰਨ ਵਾਲਾ ਟਰੈਕ ਹੈ, ਸੋ ਦੈਟ ਕਿ ਲੋਕਾਂ ਦੀ ਜਿਹੜੀ ਸਿਹਤ ਫੈਸਿਲਿਟੀਜ਼ ਨੂੰ ਵਧਾਇਆ ਜਾ ਸਕੇ। ਔਰ ਹਲਕੇ ਦੇ ਵਿੱਚ 11 ਖੇਡ ਪਾਰਕਾਂ ਨਾ 17 ਖੇਡ ਪਾਰਕਾਂ, ਸੋ ਦੈਟ ਕਿ ਜਿਹੜਾ ਨਰੋਈ ਸੋਚ ਤੇ ਨਰੋਈ ਸਿਹਤ ਦਾ ਜਿਹੜਾ ਨਾਅਰਾ ਆ ਉਹਨੂੰ ਬੁਲੰਦ ਕੀਤਾ ਜਾ ਸਕੇ। ਔਰ ਉਹਦੇ ਨਾਲ ਜਿੰਨੀ ਕੁ ਵੀ ਪਿੰਡਾਂ ਨੂੰ ਡਿਵੈਲਪਮੈਂਟ ਦੀ ਜ਼ਰੂਰਤ ਹੈਗੀ ਆ, ਮੈਨੂੰ ਲੱਗਦਾ ਕਿ ਮੇਰਾ ਕੋਈ ਇਹੋ ਜਿਹਾ ਪਿੰਡ ਨਹੀਂ ਹੋਣਾ 61 ਪਿੰਡ ਹੈ ਜਿਹਦੇ ਵਿੱਚ ਕੋਈ ਬਹੁਤੀ ਮੇਜਰ ਸਮੱਸਿਆ ਹੋਵੇ ਔਰ ਕਿਸੇ ਨੂੰ ਫਾਈਨੈਂਸਿਸ ਤੋਂ ਜਿਹੜੀ ਉਹ ਕਮੀ ਹੋਵੇ ਜੀ। ਸੋ ਜਿੱਥੇ ਤੱਕ ਸ਼ਹਿਰ ਦਾ ਸਵਾਲ ਹੈ, ਇਹਦੀ ਲੰਗਸ ਨੂੰ ਹੋਰ ਬੈਟਰ ਕਰਨਾ, ਗ੍ਰੀਨ ਬੈਲਟ ਜਿਹੜੀ ਵਧਾਉਣੀ ਔਰ ਲੋਕਾਂ ਲਈ ਜਿਹੜੀਆਂ ਸੁਵਿਧਾਵਾਂ ਉਹ ਬੈਟਰ ਕਰਨੀਆਂ, ਕਿਉਂਕਿ ਆਹ ਜਿਹੜੀ ਸਾਹਮਣੇ ਜਿਹੜੀ 120 ਫੁੱਟ ਰੋਡ ਹੈ ਇਹਦੇ ਵਿੱਚ ਥੋੜ੍ਹੀ ਜਿਹੀ ਹਜੇ ਸਮੱਸਿਆ ਹੈਗੀ ਆ। ਇਹਨੂੰ ਵੀ ਪ੍ਰੋਪਰਲੀ ਕਰਕੇ, ਕਿਉਂਕਿ ਸ਼ਹਿਰ ਦੇ ਵਿੱਚ ਇਹੋ ਜਿਹੀ ਰੋਡ ਹੋਊਗੀ ਜਿਹਦੇ ਵਿੱਚ ਸਾਡੇ ਜਿਹੜੇ ਆਲੇ ਦੁਆਲੇ, ਕਿਉਂਕਿ ਕੋਲੋਨਾਈਜੇਸ਼ਨ ਹੋਈ ਆ, ਉਹਨੂੰ ਲੰਗਸ ਜਿਹੜੇ ਆ ਉਹ ਓਪਨ ਮਿਲਣਗੇ ਤਾਂ ਕਿ ਜਿਹੜੀ ਆ ਲੋਕਾਂ ਨੂੰ ਸੁਵਿਧਾ ਮਿਲ ਸਕੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੈਂ ਪਿਛਲੇ ਜਿਹੜੇ ਸਮਿਆਂ ਦੇ ਵਿੱਚ ਅਪਾਰਟ ਫਰੋਮ ਕਿ ਮੈਂ ਹਮੇਸ਼ਾ ਇੱਕ ਅਸੂਲਾਂ ਦੀ ਲੜਾਈ ਲੜੀ ਆ ਜੀ। ਔਰ ਉਸ ਲੜਾਈ ਦੇ ਵਿੱਚ ਚਾਹੇ ਉਹ ਸਾਡੀ ਆਪਣੀ ਪਾਰਟੀ ਹੋਵੇ ਚਾਹੇ ਦੂਸਰਿਆਂ ਦੀ ਪਾਰਟੀ ਹੋਵੇ,
ਉਹਦੇ ਵਿੱਚ ਮੈਂ ਹਮੇਸ਼ਾ ਜਿਹੜੀ ਗੱਲ ਸਮਾਜ ਲਈ ਠੀਕ ਹੈ, ਜਿਹੜੀ ਗੱਲ ਲੌਜੀਕਲੀ ਠੀਕ ਹੈ, ਮੁੱਦਿਆਂ ਲਈ ਠੀਕ ਹੈ, ਮੈਂ ਉਹ ਹਮੇਸ਼ਾ ਉਹਦੇ 'ਤੇ ਪਹਿਰਾ ਦਿੱਤਾ। ਔਰ ਮੈਂ ਹਮੇਸ਼ਾ ਇਹ ਸਮਝਦਾ ਕਿ ਜਿਹੜੇ ਚੰਗੇ ਲੋਕ ਹੈ ਉਹ ਰਾਜਨੀਤੀ ਦੇ ਵਿੱਚ ਆਉਣੇ ਚਾਹੀਦੇ ਆ। ਔਰ ਮੈਂ ਇਹਨਾਂ ਗੱਲਾਂ ਤੋਂ ਕਦੀ ਝਿਜਕਿਆ ਨਹੀਂ ਹੈ ਕਿ ਮਾੜੇ ਲੋਕਾਂ ਨੂੰ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਕਦੀ ਵੀ ਜਿਹੜਾ ਕੋਈ ਮੋਢਾ ਨਾ ਦਿੱਤਾ ਜਾਵੇ ਤਾਂ ਕਿ ਸਾਡੇ ਸਮਾਜ ਦੇ ਵਿੱਚ ਕੋਈ ਇਹੋ ਜਿਹੀ ਜਿਹੜੀਆਂ ਮਾੜੀਆਂ ਚੀਜ਼ਾਂ ਉੱਭਰ ਸਕਣ। ਸੋ ਇਹ ਮੇਰਾ ਔਰ ਮੇਰੀ ਕਿਉਂਕਿ ਬੈਕਗਰਾਊਂਡ ਪੁਲਿਸ ਦੀ ਵੀ ਹੈਗੀ ਆ, ਪੁਲਿਸ ਦੇ ਵਿੱਚ ਮੈਂ ਘੱਟ ਤੋਂ ਘੱਟ ਜਿਹੜੀ ਆਮ ਜਿਹੜੇ ਲੋਕ ਹੈ ਉਹਨਾਂ ਦੇ ਵਿੱਚ ਕੋਸ਼ਿਸ਼ ਮੇਰੀ ਇਹ ਹੁੰਦੀ ਆ ਵੀ ਇਹਨਾਂ ਦਾ ਕੰਪਰੋਮਾਈਜ਼ ਹੋਵੇ ਤਾਂ ਕਿ ਇਹ ਥਾਣਿਆਂ ਦੇ ਵਿੱਚ ਖੱਜਲ ਖੁਆਰ ਨਾ ਹੋਣ, ਤਾਂ ਕਿ ਇਹਨਾਂ ਦੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਮਾਨਸਿਕ ਪੱਧਰ ਆ ਉਹ ਆਪਸ ਵਿੱਚ ਲੜਾਈ ਝਗੜੇ ਵਾਲਾ ਨਾ ਹੋਵੇ। ਔਰ ਉਹਦੇ ਵਿੱਚ ਜਿਹੜਾ ਕ੍ਰਾਈਮ ਰੇਟ ਆ ਮੇਰੇ ਹਲਕੇ 'ਚ ਜੇ ਤੁਸੀਂ ਕਿਤੇ ਅਸੈਸ ਕਰੋਗੇ ਤਾਂ ਉਹ ਸਭ ਤੋਂ ਘੱਟ ਜਿਹੜਾ ਕ੍ਰਾਈਮ ਰੇਟ ਆ ਜੀ। ਪੁਲਿਸ ਦੀ ਬੈਕਗ੍ਰਾਉਂਡ ਤੁਹਾਡੀ ਹੈ, ਪਰ ਜਿਸ ਵੇਲੇ ਨਵਜੋਤ ਸਿੰਘ ਸਿੱਧੂ ਨੇ ਪੁਲਿਸ ਦੇ ਬਾਰੇ ਇਹੋ ਜਿਹੀ ਬਿਆਨਬਾਜ਼ੀ ਕੀਤੀ ਜੋ ਕਿ ਗਲਤ ਬਿਆਨੀ ਸੀ, ਤੁਹਾਨੂੰ ਕੀ ਮਹਿਸੂਸ ਹੋਇਆ, ਕੀ ਰਿਐਕਸ਼ਨ ਸੀ ਤੁਹਾਡਾ? ਨਹੀਂ ਦੇਖੋ, ਹਰ ਬੰਦੇ ਦੀ ਇੱਕ ਇੰਡੀਵਿਜੂਅਲ ਥਾਟ ਪ੍ਰੋਸੈਸ ਹੈਗੀ ਆ। ਹਰ ਬੰਦਾ ਆਪਣੇ ਲਫ਼ਜ਼ਾਂ ਲਈ ਉਹ ਆਪ ਜ਼ਿੰਮੇਵਾਰ ਹੈ ਜੀ। ਸ਼ਾਇਦ ਇਸੇ ਕਰਕੇ ਤੁਹਾਨੂੰ ਲੱਗਦਾ ਹੈ ਕਿ ਇੱਕ ਟਾਈਮ ਸੀਗਾ ਜਦੋਂ ਤੁਹਾਡੀ ਦੋਨਾਂ ਦੀ ਇਕਜੁੱਟਤਾ ਦੇਖੀ ਜਾਂਦੀ ਸੀ, ਪਰ ਅੱਜ ਇੱਕ ਪਿੱਚ ਤੇ ਨਵਜੋਤ ਸਿੰਘ ਸਿੱਧੂ ਤੇ ਪ੍ਰਗਟ ਸਿੰਘ ਨਜ਼ਰ ਨਹੀਂ ਆਉਂਦੇ, ਕਾਰਨ ਕੀ? ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹ ਤਾਂ ਬੇਸਿਕਲੀ ਇੱਕ ਮੀਡੀਆ ਦੀ ਕੀਤੀ ਹੋਈ ਕ੍ਰੀਏਸ਼ਨ ਹੈ। ਹੀ ਇਜ਼ ਏ ਗੁੱਡ ਫਰੈਂਡ ਆਫ ਮਾਈਨ। ਅਸੀਂ ਹਮੇਸ਼ਾ ਚੰਗੀਆਂ ਗੱਲਾਂ, ਜਿਹੜੀ ਉਹ ਚੰਗੀ ਗੱਲ ਕਰਦਾ ਮੈਂ ਵੀ ਸਪੋਰਟ ਕਰਦਾ, ਜਿਹੜੀ ਮੈਂ ਠੀਕ ਗੱਲ ਕਰਦਾ ਉਹ ਵੀ ਸਪੋਰਟ ਕਰਦਾ। ਔਰ ਅਸੀਂ ਬੇਸਿਕਲੀ ਜਿਹੜੀ ਮੁੱਦਿਆਂ ਦੀ ਰਾਜਨੀਤੀ ਆ ਉਹਦੇ 'ਤੇ ਜ਼ਰੂਰ ਪਹਿਰਾ ਦਈਦਾ। ਔਰ ਡਿਫਰੈਂਸ ਆਫ ਓਪੀਨੀਅਨ ਹੋਣਾ ਮੈਨੂੰ ਨਹੀਂ ਲੱਗਦਾ ਕੋਈ ਵੱਡੀ ਗੱਲ ਹੈਗੀ ਆ, ਕਿਉਂਕਿ ਹਰ ਘਰ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਹੋ ਸਕਦੀ ਆ, ਹਰ ਇੰਡੀਵਿਜੂਅਲ ਦੇ ਵਿੱਚ ਡਿਫਰੈਂਸ ਆਫ ਓਪੀਨੀਅਨ ਹੋ ਸਕਦੀ। ਸੋ ਆਈ ਡੋਂਟ ਥਿੰਕ ਸੋ ਕਿ ਦੇਰ ਇਜ਼ ਐਨੀ ਸਾਡੇ ਕੋਈ ਵੀ ਇਹੋ ਜਿਹੀ ਗੱਲ ਨਹੀਂ ਹੈ ਵੀ ਅਸੀਂ ਇੱਕ ਦੂਸਰੇ ਤੋਂ ਵੱਖ ਹਾਂ ਜਾਂ ਇੱਕ ਦੂਸਰੇ ਤੋਂ ਦੂਰ ਹਾਂ। ਕੀ ਤੁਸੀਂ ਉਹਨਾਂ ਦੇ ਪੰਜਾਬ ਮਾਡਲ ਦੀ ਪ੍ਰੋੜਤਾ ਕਰਦੇ ਹੋ? ਨਹੀਂ ਦੇਖੋ, ਉਹਨਾਂ ਨੇ ਆਪਣੀ ਗੱਲ ਪੰਜਾਬ ਮਾਡਲ ਦੀ ਕਹਿਣੀ ਆ ਜਾਂ ਕਹੀ ਹੈਗੀ ਆ। ਸਾਡੀ ਇੱਕ ਮੈਨੀਫੈਸਟੋ ਕਮੇਟੀ ਆ ਜਿਹਨੇ ਅਲਟੀਮੇਟਲੀ ਡਿਸਾਈਡ ਕਰਨਾ ਕਿ ਹਾਂ ਬਈ ਜਿਹੜੀ ਮੈਨੀਫੈਸਟੋ ਦੇ ਵਿੱਚ ਕੀ ਹੋਣਾ ਚਾਹੀਦਾ, ਕਿਉਂਕਿ ਰਿਸੋਰਸਿਸ ਕੀ ਹੈਗੇ ਆ, ਇਹਨੂੰ ਕਿੱਦਾਂ ਕੰਪਲੀਟ ਕਰ ਸਕਾਂਗੇ। ਨਾਰਮਲੀ ਕੀ ਹੁੰਦਾ ਕਿ ਜਿਹੜਾ ਮੈਨੀਫੈਸਟੋ ਆ ਇਹਦੇ ਵਿੱਚ ਬਹੁਤ ਵੱਡੇ ਜਿਹੜੇ ਵਾਅਦੇ ਕਰ ਦਿੱਤੇ ਜਾਂਦੇ ਆ ਜਿਨ੍ਹਾਂ ਨੂੰ ਕੀ ਕੰਪਲੀਟ ਕਰਨਾ ਮੁਸ਼ਕਲ ਹੁੰਦਾ। ਤੋ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਲੌਜੀਕਲੀ ਸਾਨੂੰ ਪ੍ਰੋਜੈਕਟ ਕਰਨਾ ਚਾਹੀਦਾ ਔਰ ਲੋਕਾਂ ਨੂੰ ਫਿਰ ਡਿਸਾਈਡ ਕਰਨ ਦੇਣਾ ਚਾਹੀਦਾ ਕਿ ਅਲਟੀਮੇਟਲੀ ਔਰ ਉਸ ਜਿਹੜੀ ਗੱਲ ਹੋ ਸਕਦੀ ਹੋਵੇ ਉਹਦੇ 'ਤੇ ਪਹਿਰਾ ਦੇਣ ਦੀ ਜ਼ਰੂਰਤ ਹੈਗੀ ਹੈ ਜੀ। ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਮਨਾਈਆਂ ਕਰਦੇ ਨੇ, ਮਨ ਮਰਜ਼ੀਆਂ ਕਰਦੇ ਨੇ, ਕੀ ਤੁਸੀਂ ਵੀ ਇਸ ਗੱਲ ਨੂੰ ਮੰਨਦੇ ਹੋ? ਦੇਖੋ, ਹਰ ਬੰਦੇ ਦਾ ਇੱਕ ਆਪਣਾ ਸਟਾਈਲ ਹੁੰਦਾ। ਮੇਰਾ ਇੱਕ ਆਪਣਾ ਸਟਾਈਲ ਹੈ, ਉਹਦਾ ਇੱਕ ਆਪਣਾ ਸਟਾਈਲ ਆ। ਇਹ ਜ਼ਰੂਰੀ ਨਹੀਂ ਹੁੰਦਾ ਕਿ ਹਰ ਚੀਜ਼ ਹੀ ਮੇਰੇ ਕਈ ਮੰਨੀ ਜਾਵੇ ਜਾਂ ਹਰ ਚੀਜ਼ ਉਹਨਾਂ ਦੀ ਕਈ ਮੰਨੀ ਜਾਵੇ। ਸੋ ਇਸ ਕਰਕੇ ਇਹ ਤਾਂ ਇੱਕ ਟੀਮ ਦੇ ਤੌਰ 'ਤੇ ਅਸੀਂ ਹਮੇਸ਼ਾ ਅੱਗੇ ਵਧਦੇ ਹਾਂ। ਸੁਸਾਇਟੀ ਵੀ ਇੱਦਾਂ ਹੀ ਅੱਗੇ ਵੱਧਦੀ ਆ। ਔਰ ਸੁਸਾਇਟੀ ਦੇ ਵਿੱਚ ਆਪਾਂ ਘਰ ਦੇ ਵਿੱਚ ਕਈ ਵਾਰੀ ਡਿਸਕਸ਼ਨ ਕਰਦੇ ਹਾਂ, ਮੀਆਂ ਬੀਵੀ ਦੇ ਵਿੱਚ ਕਈ ਵਾਰੀ ਜਿਹੜੀਆਂ ਡਿਫਰੈਂਸ ਆਫ ਓਪੀਨੀਅਨ ਹੁੰਦੀ, ਬੱਚੇ ਕਿਸੇ ਡਿਫਰੈਂਟ ਤਰ੍ਹਾਂ ਸੋਚਦੇ ਆ। ਸੋ ਆਈ ਡੋਂਟ ਥਿੰਕ ਸੋ ਕਿ ਇੱਦਾਂ ਦੀ ਕੋਈ ਗੱਲ ਹੈਗੀ ਹੈ। ਪਰ ਜੇ ਅਸੀਂ ਟੀਮ ਦੀ ਗੱਲ ਕਰੀਏ ਤੇ ਆਏ ਦਿਨ ਪੰਜਾਬ ਦੇ ਵਿੱਚ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਛੱਡਣ ਤੋਂ ਬਾਅਦ ਜਿਹੜਾ ਕਲੇਸ਼ ਸੀ ਉਹ ਰੋਜ਼ ਇਹ ਅਖਬਾਰਾਂ ਦੀਆਂ ਸੁਰਖੀਆਂ ਸੀ ਕਿ ਪੰਜਾਬ ਕਾਂਗਰਸ ਦੇ ਵਿੱਚ ਕਲੇਸ਼ ਹੈ। ਤੁਸੀਂ ਇਸ ਗੱਲ ਨੂੰ ਕਿੰਨਾ ਕੁ ਮੰਨਦੇ ਹੋ? ਨਹੀਂ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਤੁਹਾਡੀ ਗੱਲ ਨਾਲ। ਉਹਦਾ ਕਾਰਨ ਹੈ ਕਿ ਇੰਟਰਨਲ ਡੈਮੋਕ੍ਰੇਸੀ ਜਿੰਨਾ ਚਿਰ ਸਟਰੋਂਗ ਨਹੀਂ ਹੋਊਗੀ, ਜਿੰਨਾ ਚਿਰ ਸਟਰੈਂਥਨ ਨਹੀਂ ਹੋਊਗੀ। ਤੁਸੀਂ ਇੱਕ ਚੈਨਲ ਵੀ ਚਲਾਉਂਦੇ ਆ, ਇੱਕ ਕੈਮਰਾਮੈਨ ਹੈ, ਇੱਕ ਐਂਕਰ ਹੈ, ਉਹਨੂੰ ਟੈਕਨੀਕਲ ਟੀਮ ਹੈ, ਸੋ ਦੇਰ ਆਰ ਨੰਬਰ ਆਫ ਪਰਸਨਸ। ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਮਾਂ 'ਤੇ ਚੰਗੀ ਡਿਸਕਸ਼ਨ ਹੋਵੇ। ਚੰਗੀ ਡਿਸਕਸ਼ਨ ਤੋਂ ਬਾਅਦ ਜਿਹੜੇ ਰਿਜ਼ਲਟਸ ਜਿਹੜੇ ਉਹ ਚੰਗੇ ਨਿਕਲਦੇ ਆ। ਤੁਸੀਂ ਸਮਝ ਸਕਦੇ ਹੋ ਕਿ ਦੂਸਰੀਆਂ ਜਿਹੜੀਆਂ ਪਾਰਟੀਆਂ ਉਹਨਾਂ ਦੇ ਵਿੱਚ ਕਦੀ ਇੰਟਰਨਲ ਡੈਮੋਕ੍ਰੇਸੀ ਹੈਗੀ ਆ, ਕਿਉਂਕਿ ਅਲਟੀਮੇਟਲੀ ਜਿਹੜਾ ਖਾਸ ਕਰਕੇ ਜਿੱਦਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀ ਹੈ, ਕੇਜਰੀਵਾਲ ਬੇਸਿਕਲੀ ਕਦੀ ਕਿਸੇ ਨੂੰ ਅਲਾਓ ਨਹੀਂ ਕਰਦਾ ਕਿ ਕੋਈ ਬੰਦਾ ਬੋਲੇ। ਈਵਨ ਕਿ
ਅਮਿਤ ਸ਼ਾਹ ਔਰ ਮੋਦੀ ਜੀ ਇਹ ਕਦੀ ਕਿਸੇ ਨੂੰ ਮਤਲਬ ਹੈ ਹੀ ਨਹੀਂ, ਕਿਸੇ ਦੀ ਜ਼ਰੂਰਤ ਹੀ ਹੈ ਨਹੀਂ ਗੀ। ਸਿਮਿਲਰਲੀ ਸੁਖਬੀਰ ਬਾਦਲ ਹੈ। ਸੋ ਸਾਡੀ ਪਾਰਟੀ ਦੇ ਵਿੱਚ ਇੰਟਰਨਲ ਡੈਮੋਕ੍ਰੇਸੀ ਹੈਗੀ ਆ, ਔਰ ਇਹ ਮੈਨੂੰ ਲੱਗਦਾ ਡੈਮੋਕ੍ਰੇਸੀ ਲਈ ਬਹੁਤ ਚੰਗੀ ਚੀਜ਼ ਹੈਗੀ ਹੈ। ਜੀ ਆਮ ਆਦਮੀ ਪਾਰਟੀ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਆਪਣੇ ਸੀਐਮ ਦਾ ਚਿਹਰਾ ਆਖਿਰਕਾਰ ਐਲਾਨ ਦਿੱਤਾ ਹੈ, ਪਰ ਅੰਦਰ ਖਾਤੇ ਕਾਂਗਰਸ ਨੂੰ ਕੀ ਡਰ ਹੈ, ਕਿਉਂ ਹਾਲੇ ਤੱਕ ਸੀਐਮ ਦਾ ਚਿਹਰਾ ਨਹੀਂ ਐਲਾਨਿਆ ਗਿਆ? ਦੇਖੋ, ਮੈਂ ਇੱਦਾਂ ਦੀ ਵੈਸੇ ਪੋਲਿਟਿਕਸ ਤੋਂ ਮੈਂ ਸਮਝਦਾ ਕਿ ਪੰਜਾਬ ਨੂੰ ਉੱਭਰਨਾ ਚਾਹੀਦਾ। ਇਟ ਹੈਜ਼ ਟੂ ਬੀ ਏ ਕਲੈਕਟਿਵ ਰਿਸਪੌਂਸਿਬਿਲਿਟੀ। ਔਰ ਹਮੇਸ਼ਾ ਹੀ ਇਹ ਠੀਕ ਆ ਵੀ ਇੱਕ ਬੰਦੇ ਨੇ ਸੀਐਮ ਬਣਨਾ ਹੁੰਦਾ, ਪਰ ਹੀ ਇਜ਼ ਵਨ ਆਫ ਦਾ ਐਮਐਲਏਜ਼ ਐਂਡ ਵਨ ਆਫ ਦਾ ਮਿਨਿਸਟਰਸ। ਕਈ ਵਾਰੀ ਅਸੀਂ ਇਹੋ ਜਿਹਾ ਔਰਾ ਕ੍ਰੀਏਟ ਕਰ ਦਿੰਦੇ ਹਾਂ ਜਿਹਦੇ ਕਰਕੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਦਾ ਨੁਕਸਾਨ ਬਹੁਤ ਵਾਰੀ ਹੋਇਆ ਜਦੋਂ ਚੀਫ ਮਿਨਿਸਟਰਸ ਲਈ ਲੜਾਈ ਹੁੰਦੀ ਆ। ਸੋ ਮੈਨੂੰ ਲੱਗਦਾ ਕਿ ਇਹਦਾ ਮਾਡਲ ਸਾਨੂੰ ਬਦਲਣਾ ਚਾਹੀਦਾ। ਸਾਨੂੰ ਟੀਮ ਦੇ ਤੌਰ ਤੇ ਕੋਈ ਬੰਦਾ ਸੁਪਰ ਹਿਊਮਨ ਬੀਇੰਗ ਨਹੀਂ ਹੁੰਦਾ, ਔਰ ਉਹਨੂੰ ਸਾਰਿਆਂ ਦੀ ਜ਼ਰੂਰਤ ਹੁੰਦੀ ਆ, ਉਹਦੀ ਸਾਰਿਆਂ ਨੂੰ ਜ਼ਰੂਰਤ ਹੁੰਦੀ ਆ। ਸੋ ਇਸ ਕਰਕੇ ਇਟ ਹੈਜ਼ ਟੂ ਬੀ ਏ ਕਲੈਕਟਿਵ। ਮੈਨੂੰ ਲੱਗਦਾ ਕਿ ਇਸ ਇਸ਼ੂ ਨੂੰ ਬਹੁਤ ਜ਼ਿਆਦਾ ਉਭਾਰਨ ਦੀ ਜ਼ਰੂਰਤ ਨਹੀਂ ਹੈ। ਸੋ ਲੈਟ ਦਾ ਜਿਹੜਾ ਐਮਐਲਏਜ਼ ਇਲੈਕਟ ਹੋਣ, ਉਹ ਆਪਣਾ ਸੀਐਲਪੀ ਲੀਡਰ ਚੁਣ ਕੇ ਤੇ ਉਹਨੂੰ ਅੱਗੇ ਤੁਰ ਸਕਦੇ। ਪਰ ਕਾਂਗਰਸ ਦਾ ਪਹਿਲਾਂ ਹੀ ਕਲਚਰ ਰਿਹਾ ਹੈ ਕਿ ਕਾਂਗਰਸ ਕਦੀ ਆਪਣੀ ਮਰਜ਼ੀ ਦੇ ਨਾਲ ਬਾਅਦ ਵਿੱਚ ਸੀਐਮ ਦਾ ਚਿਹਰਾ ਐਲਾਨਦੀ ਹੈ, ਲੇਕਿਨ ਜੇ ਅਸੀਂ 2017 ਦੀ ਇਲੈਕਸ਼ਨ ਦੀ ਗੱਲ ਕਰੀਏ ਤੇ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਇਹ ਪਹਿਲਾਂ ਹੀ ਪ੍ਰੋਜੈਕਟ ਕਰ ਦਿੱਤਾ ਗਿਆ ਸੀ। ਇਸ ਵਾਰੀ ਕਿਸੇ ਖਾਸ ਦਾ ਨਾਮ ਅੱਗੇ ਕਿਉਂ ਨਹੀਂ ਆਇਆ? ਉਹਨਾਂ ਦਾ ਦੇਖੋ ਕੱਦ ਡਿਫਰੈਂਟ ਸੀਗਾ, ਕੱਦ ਡਿਫਰੈਂਟ ਸੀ। ਔਰ ਦੇਖੋ, ਮੈਂ ਤਾਂ ਹਮੇਸ਼ਾ ਕਹਿੰਦਾ ਕਿ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜੀਆਂ ਵੋਟਾਂ ਪਈਆਂ ਸੀਗੀਆਂ, ਲੇਕਿਨ ਉਹਨਾਂ ਨੇ ਪਰਫਾਰਮ ਨਹੀਂ ਕੀਤਾ, ਕਿਉਂਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਵੀ ਹੁੰਦੇ ਆ, ਉਹ ਵੀ ਡੈਮੋਕ੍ਰੇਸੀ ਲਈ ਬਹੁਤੇ ਚੰਗੇ ਨਹੀਂ ਹੁੰਦੇ। ਹੁਣ ਸਿੰਗਲ ਮੈਨ ਅਸੀਂ ਡੈਮੋਕ੍ਰੇਸੀ ਜਿਹੜੀ ਆ ਉਹ ਸੈਂਟਰ ਦੇ ਵਿੱਚ ਲੈ ਆਏ, ਬਟ ਦੇਖੋ ਨਾ ਪਾਲਿਸੀਜ਼ ਦਾ ਕੀ ਹੋ ਰਿਹਾ, ਸਰਕਾਰਾਂ ਦੇ ਫਾਈਨੈਂਸ਼ੀਅਲ ਐਂਗਲ ਦਾ ਕੀ ਹੋ ਰਿਹਾ। ਇਟ ਇਜ਼ ਮੋਸਟਲੀ ਇਟ ਇਜ਼ ਅ ਡਿਕਟੇਟਰਸ਼ਿਪ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਇੱਦਾਂ ਦੀਆਂ ਪ੍ਰੋਜੈਕਸ਼ਨਸ ਦੇ ਨਾਲ ਅੱਗੇ ਤੁਰਨਾ ਚਾਹੀਦਾ। ਮਤਲਬ ਚੀਫ ਮਿਨਿਸਟਰ ਕੋਈ ਵੀ ਬਣ ਜਾਵੇ, ਐਂਡ ਮੈਂ ਕਦੀ ਇਸ ਗੱਲ ਨਾਲ, ਕਿਉਂਕਿ ਕੈਪਟਨ ਜਿਹੜਾ ਹਮੇਸ਼ਾ ਉਹ ਟੀਮ ਦੇ ਨਾਲ ਹੁੰਦਾ, ਕਿਉਂਕਿ ਜੇ ਟੀਮ ਚੰਗੀ ਹੋਊਗੀ ਤਾਂ ਹੀ ਕੈਪਟਨ ਹੋਊਗਾ। ਅਦਰਵਾਈਜ਼ ਜੇ ਟੀਮ ਚੰਗੀ ਨਹੀਂ ਹੋਊਗੀ ਤੇ ਕੈਪਟਨ ਇਕੱਲਾ ਵੀ ਕੀ ਕਰ ਲਊਗਾ। ਜੀ 111 ਦਿਨਾਂ ਦੇ ਲਈ ਤੁਸੀਂ ਵੀ ਖੇਡ ਮੰਤਰੀ ਰਹੇ ਹੋ, ਸਿੱਖਿਆ ਮੰਤਰੀ ਰਹੇ ਹੋ, ਪਰ ਤੁਹਾਡੇ ਘਰ ਦੇ ਬਾਹਰ ਬਹੁਤ ਸਾਰੇ ਅਧਿਆਪਕਾਂ ਨੇ ਧਰਨਾ ਦਿੱਤਾ ਹੈ। ਭਰਤੀਆਂ ਉਨੀਆਂ ਕਿਉਂ ਨਹੀਂ ਹੋ ਸਕੀਆਂ ਜਿੰਨੀਆਂ ਸਰਕਾਰ ਨੇ ਵਾਅਦਾ ਕੀਤਾ ਸੀ? ਕੋਈ ਇਸ਼ੂ ਨਹੀਂ ਹੈਗਾ। ਦੇਖੋ, ਇਹ 10 ਸਾਲਾਂ ਦਾ ਪਾਈਲ ਅਪ ਹੋਇਆ ਪ੍ਰੋਬਲਮ ਹੈਗੀ ਆ, ਔਰ ਮੈਂ ਇਹ ਜਾਣ ਬੁੱਝ ਕੇ ਲਿਆ ਮਹਿਕਮਾ। ਇਹ ਕੋਈ ਇਹੋ ਜਿਹੀ ਗੱਲ ਨਹੀਂ ਹੈ। ਇਹਨੂੰ ਦੇਖੋ, ਇਹਨੂੰ ਸੋਲਵ ਕਰਨ ਲਈ ਘੱਟੋ ਘੱਟ 1 ਸਾਲ ਦਾ ਸਮਾਂ ਚਾਹੀਦਾ, ਕਿਉਂਕਿ 90 ਦਿਨ ਜਿਹੜੇ ਆ ਬਹੁਤ ਥੋੜ੍ਹੇ ਆ। ਧਰਨੇ ਦੇ ਵਿੱਚ ਕੁਝ ਚੰਗੀਆਂ ਚੀਜ਼ਾਂ ਵੀ ਹੈਗੀਆਂ ਜਿਹੜੀਆਂ ਕਿ ਮੈਨੂੰ ਲੱਗਦਾ ਪਿਛਲੇ ਸਮੇਂ ਸਰਕਾਰਾਂ ਨੇ ਨਹੀਂ ਕੀਤੀਆਂ। ਕੁਝ ਕੁ ਲੀਗਲ ਇਸ਼ੂਜ਼ ਵੀ ਹੈਗੇ ਆ, ਔਰ ਉਹਦੇ ਨਾਲ ਨਾਲ ਕੁਛ ਨਾ ਕੁਛ ਇਸ਼ੂਜ਼ ਖੜੇ ਹੋਏ। ਮੰਨ ਲਓ ਜਿੱਦਾਂ ਸਾਡੀਆਂ 19,000 ਟੀਚਰਸ ਦੀਆਂ ਭਰਤੀਆਂ ਜਿਹੜੀਆਂ ਕੋਰਟਸ ਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਲੈਵਲ ਤੇ ਸਟਕ ਹੋਈਆਂ, ਉਹਦਾ ਕਾਰਨ ਇਹ ਆ ਵੀ ਰੂਲਾਂ ਦੀ ਡਿਵਰਸੀਫਿਕੇਸ਼ਨ ਹੋਈ ਆ। ਜਦੋਂ ਰੂਲਾਂ ਦੀ ਡਿਵਰਸੀਫਿਕੇਸ਼ਨ ਕਰਵਾ ਲਓਗੇ ਤੁਸੀਂ, ਉਸ ਭਰਤੀ ਨੇ ਕਦੀ ਵੀ ਸਿਰੇ ਨਹੀਂ ਲੱਗਣਾ, ਕਿਉਂਕਿ ਐਂਡ ਆਫ ਦਾ ਡੇ ਤਾਂ ਤੁਸੀਂ ਲਾਅ ਆਫ ਦਾ ਲੈਂਡ ਹੀ ਪ੍ਰਵੇਲ ਕਰੂਗਾ। ਸੋ ਇਸ ਕਰਕੇ ਮੈਂ ਤਾਂ ਇਹ ਸਾਰਾ ਕੁਝ ਆਲਮੋਸਟ ਇਹਨੂੰ ਸਿੱਧਾ ਸੁੱਧਾ ਕਰ ਲਿਆ ਸੀ। ਪਰ ਇਹ ਆ ਕਿ ਇਹ ਠੀਕ ਹੈ ਕਿ 90 ਦਿਨ ਦੇ ਸਮੇਂ ਦੇ ਵਿੱਚ ਸ਼ਾਇਦ ਉਨੀਆਂ ਚੀਜ਼ਾਂ ਨਹੀਂ ਹੋ ਸਕਦੀਆਂ ਸੀ ਜਿੰਨੀਆਂ ਹੋਣ ਦੀ ਜ਼ਰੂਰਤ ਸੀ, ਪਰ ਮੈਂ ਇਹਦੀ ਇੱਕ ਲਾਈਨ, ਇਹਦੀ ਰੂਪ ਰੇਖਾ ਜਿਹੜੀ ਆ ਜ਼ਰੂਰ ਬਣਾਈ ਹੈਗੀ। ਖੇਡ ਮੰਤਰੀ ਵੀ ਤੁਸੀਂ ਰਹੇ ਹੋ, ਪਰ ਪੰਜਾਬ ਦੇ ਕੋਲ ਅੱਜ ਤੱਕ ਕੋਈ ਖੇਡ ਨੀਤੀ ਕਿਉਂ ਨਹੀਂ ਰਹੀ ਹੈ? ਔਰ ਬਹੁਤ ਸਾਰੇ ਖਿਡਾਰੀ ਇਸ ਗੱਲ ਦਾ ਗਿਲਾ ਵੀ ਕਰਦੇ ਨੇ ਤੁਹਾਡੇ ਨਾਲ ਕਿ ਸਾਨੂੰ ਨੌਕਰੀਆਂ ਨਹੀਂ ਮਿਲ ਸਕੀਆਂ। ਇਹ ਅਜਿਹਾ ਕਿਉਂ? ਖੇਡ ਨੀਤੀ ਹੈਗੀ ਆ ਮੈਮ, ਤੁਸੀਂ ਇੱਦਾਂ ਨਹੀਂ ਹੈਗਾ। ਉਹਦੀ ਇੰਪਲੀਮੈਂਟੇਸ਼ਨ ਜਿਹੜੀ ਆ ਠੀਕ ਆ ਪਿਛਲੇ ਸਮੇਂ 'ਚ ਨਹੀਂ ਹੋਈ, ਪਰ ਮੈਂ ਇਹਨਾਂ 3 ਮਹੀਨਿਆਂ ਦੇ ਵਿੱਚ ਲਗਭਗ 2 ਸਾਲਾਂ ਦੇ ਸਾਡੇ ਪੈਂਡਿੰਗ ਪਏ ਸੀਗੇ ਜਿਹੜੇ ਖੇਡ ਅਵਾਰਡ, ਉਹ ਦਿੱਤੇ ਹੈਗੇ ਆ। 15,000 ਬੱਚੇ ਨੂੰ ਖੇਡਾਂ ਦੀਆਂ ਕਿੱਟਾਂ ਦਿੱਤੀਆਂ ਹੈਗੀਆਂ, ਔਰ ਇਹਨੂੰ ਪਾਲਿਸੀ ਮੈਟਰ ਤੇ ਉਹਨੂੰ ਗਾਂਹ ਤੋਰਨ ਲਈ ਵੀ ਅੱਗੇ ਤੁਰਿਆ ਹੈਗਾ। ਸੋ ਇਸ ਕਰਕੇ ਇੱਦਾਂ ਦੀ ਕੋਈ ਸਮੱਸਿਆ ਨਹੀਂ ਹੈਗੀ। ਜੌਬਸ ਦੇ ਵਿੱਚ ਖਾਸ ਕਰਕੇ ਜਿਹੜੇ ਪੈਰਾ ਓਲੰਪਿਕਸ ਵਾਲੇ ਬੱਚੇ ਹੈਗੇ ਆ, ਉਹਨਾਂ ਦਾ ਕਿਉਂਕਿ ਉਹਦੇ ਵਿੱਚ ਜਿਹੜੀ ਪਾਲਿਸੀ ਮੈਟਰ ਦੇ ਵਿੱਚ ਕਿਤੇ ਜ਼ਿਕਰ ਨਹੀਂ ਸੀ, ਉਹਦੀ ਅਮੈਂਡਮੈਂਟ ਲਈ ਫਾਈਲ ਤੋਰੀ ਹੈਗੀ ਆ, ਕਿਉਂਕਿ ਇਹ ਸਾਰੀਆਂ ਚੀਜ਼ਾਂ ਟਾਈਮ ਕੰਜ਼ਿਊਮਿੰਗ ਹੈਗੀਆਂ। ਔਰ ਮੈਨੂੰ ਨਹੀਂ ਲੱਗਦਾ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਪੰਜਾਬ ਨੂੰ ਪੋਜ਼ਿਟਿਵ ਪਾਸੇ ਤੋਰਾਂਗੇ। ਜੀ ਮਾਰਚ 2022 ਦੇ ਵਿੱਚ ਲੋਕਾਂ ਨੇ ਆਪਣਾ ਫਤਵਾ ਜਾਰੀ ਕਰ ਦੇਣਾ। ਤੁਹਾਡਾ ਕੀ ਵਿਚਾਰ ਹੈ? ਤੁਹਾਡੇ ਦਿਲ ਦੇ ਵਿੱਚੋਂ ਕੀ ਆਵਾਜ਼ ਆਉਂਦੀ ਹੈ ਕਿ 2022 ਦੇ ਵਿੱਚ ਕਾਂਗਰਸ ਕਿੱਥੇ ਹੋਏਗੀ? ਆਪੋਜੀਸ਼ਨ ਦੇ ਵਿੱਚ ਜਾਂ ਫਿਰ ਦੁਬਾਰਾ ਤੋਂ ਸੱਤਾ 'ਚ? ਸਰਕਾਰ ਦੇ ਵਿੱਚ ਹੋਏਗੀ। ਕੋਈ ਮੈਨੂੰ ਕੋਈ ਡਾਊਟ ਹੀ ਨਹੀਂ ਹੈ।
ਵੀ ਹੈਵ ਕ੍ਰੈਡੀਬਿਲਟੀ ਐਂਡ ਵੀ ਹੈਵ ਕ੍ਰੈਡੀਬਲ ਫੇਸਿਸ ਐਂਡ ਸਾਡੀ ਜਿਹੜੀ ਅਦਰਵਾਈਜ਼ ਹੈ ਕਿਉਂਕਿ ਗੁਰੂ ਨਾਨਕ ਦੀ ਧਰਤੀ ਆ ਜਿੱਥੇ ਇਨਸਾਨੀਅਤ ਦੀ ਜਿੱਥੇ ਸਾਂਝੀਵਾਲਤਾ ਦੀ ਗੱਲ ਹੁੰਦੀ ਆ ਔਰ ਅਸੀਂ ਮੇਰਾ ਖਿਆਲ ਹੈ ਕਿ ਧਰਮ ਨਿਰਪੱਖ ਜਿਹੜੀ ਪਾਰਟੀ ਹੈਗੀ ਆ ਜਿਹਦੇ ਵਿੱਚ ਹਰ ਧਰਮ ਦਾ ਉਹ ਪੰਜਾਬ ਵੀ ਤਾਂ ਇਹੀ ਹੈ ਨਾ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਅਸੀਂ ਹਰ ਦੇ ਨਾਲ ਖੜ੍ਹਦੇ ਹਾਂ ਹਰ ਸਾਡੇ ਨਾਲ ਖੜ੍ਹਦਾ ਸੋ ਇਸ ਕਰਕੇ ਮੈਨੂੰ ਲੱਗਦਾ ਇਕੱਲੀ ਪੋਲੀਟੀਕਲ ਗੱਲ ਹੀ ਨਹੀਂ ਹੈ ਇਹ ਸਮਾਜਿਕ ਇਸ਼ੂ ਵੀ ਆ ਔਰ ਸਮਾਜਿਕ ਇਸ਼ੂ ਦੇ ਵਿੱਚ ਅਸੀਂ ਇਹਨੂੰ ਪ੍ਰੋਪਰਲੀ ਐਡਰੈਸ ਕੀਤਾ ਹੈਗਾ ਕੁਝ ਕਮੀਆਂ ਪੇਸ਼ੀਆਂ ਰਹੀਆਂ ਕੈਪਟਨ ਅਮਰਿੰਦਰ ਸਿੰਘ ਨਾਲ ਮੇਰਾ ਲੜਾਈ ਝਗੜਾ ਵੀ ਰਿਹਾ ਲੌਜੀਕਲ ਗੱਲਾਂ ਤੇ ਲੜਾਈ ਝਗੜਾ ਰਿਹਾ ਸੋ ਉਹਦੇ ਲਈ ਮੈਨੂੰ ਲੱਗਦਾ ਕਿ ਅਸੀਂ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਉਹਨੂੰ ਵੀ ਦੂਰ ਕਰਕੇ ਪੰਜਾਬ ਨੂੰ ਇੱਕ ਬਿਹਤਰ ਪਾਸੇ ਨੂੰ ਤੋਰਾਂਗੇ ਸਰ ਜੇ ਦੇਖਿਆ ਜਾਵੇ ਤਾਂ ਈਡੀ ਨੇ ਹੁਣੇ ਜੇ ਸੀਐਮ ਚੰਨੀ ਹੋਰਾਂ ਦੇ ਰਿਸ਼ਤੇਦਾਰ ਦੇ ਵੀ ਛਾਪਾ ਮਾਰਿਆ ਰੇਤ ਮਾਫੀਆ ਨੂੰ ਲੈ ਕੇ ਕੀ ਆਉਣ ਵਾਲੇ ਟਾਈਮ ਵਿੱਚ ਜੇ ਸਰਕਾਰ ਆਉਂਦੀ ਹੈ ਤੁਹਾਡੀ ਦੁਬਾਰਾ ਤੋਂ ਮਾਫੀਆ ਤੋਂ ਪੰਜਾਬ ਦੀ ਜਨਤਾ ਨੂੰ ਨਿਜਾਤ ਮਿਲ ਸਕੇਗੀ ਡੈਫੀਨਿਟਲੀ ਮਿਲੂਗੀ ਔਰ ਦੇਖੋ ਈਡੀ ਤਾਂ ਹੁਣ ਗਵਰਨਮੈਂਟ ਆਫ ਇੰਡੀਆ ਦਾ ਹੱਥ ਟੋਕਾ ਬਣੀ ਹੋਈ ਆ ਇਹ ਤਾਂ ਕਈ ਵਾਰੀ ਜਦੋਂ ਵੀ ਪੋਲੀਟੀਕਲ ਕੋਈ ਮੂਵਮੈਂਟ ਹੁੰਦੀ ਆ ਜਦੋਂ ਵੀ ਕੋਈ ਇਲੈਕਸ਼ਨਸ ਹੁੰਦੀਆਂ ਚਾਹੇ ਯੂਪੀ 'ਚ ਹੈ ਚਾਹੇ ਪਹਿਲਾਂ ਪਿਛਲੇ ਸਾਲ ਬੰਗਾਲ ਦੇ ਵਿੱਚ ਹੋਈਆਂ ਇਹ ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਕਰਦੇ ਹੈਗੇ ਸੋ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਨੂੰ ਲੱਗਦਾ ਪਿਓਰਲੀ ਹਾਂ ਮੈਰਿਟ 'ਤੇ ਗੱਲ ਹੋਵੇ ਕੋਈ ਇਸ਼ੂ ਨਹੀਂ ਹੈ ਸੋ ਮੈਨੂੰ ਲੱਗਦਾ ਕਿ ਲਾਅ ਆਫ ਦਾ ਲੈਂਡ ਹਰ ਬੰਦੇ ਲਈ ਇੱਕੋ ਜਿਹਾ ਹੋਣਾ ਚਾਹੀਦਾ ਲੇਕਿਨ ਅਨਫੋਰਚੂਨੇਟਲੀ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਜਦੋਂ ਇਲੈਕਸ਼ਨ ਦੇ ਸਮੇਂ 'ਤੇ ਹੁੰਦੀਆਂ ਤਾਂ ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਜਿਹੜੀ ਹੋਣੀ ਉਹ ਸੁਭਾਵਿਕ ਹੈ ਜੀ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਸਾਡੇ ਚੈਨਲ ਨੂੰ ਇੰਨਾ ਸਮਾਂ ਦੇਣ ਦੇ ਲਈ ਸੋ ਜੀ ਇਹ ਸਨ ਸਿੱਖਿਆ ਤੇ ਖੇਡ ਮੰਤਰੀ ਪ੍ਰਗਟ ਸਿੰਘ ਜੀ ਜਿਨ੍ਹਾਂ ਦੇ ਨਾਲ ਅਸੀਂ ਵਿਸ਼ੇਸ਼ ਗੱਲਬਾਤ ਕੀਤੀ ਹੈ ਹੋਰ ਵੀ ਬਹੁਤ ਸਾਰੀਆਂ ਚੋਣਾਂ ਦੀਆਂ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ